ਸਤਿ ਸ਼੍ਰੀ ਅਕਾਲ ਜੀ। ਆਪ ਸਭ ਦਾ ਸਾਡੇ ਇਸ ਚੈਨਲ 'ਤੇ ਸਵਾਗਤ ਹੈ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ, ਇਹ ਵੀਡੀਓ ਸਪੈਸ਼ਲ ETT ਪੇਪਰ 2 ਲਈ ਬਣਾਈ ਜਾ ਰਹੀ ਹੈ। ਇਸ ਦੇ ਵਿੱਚ ਆਪਾਂ 6635 ਪੋਸਟਾਂ ਦਾ ਜੋ ਪੇਪਰ ਹੋਣ ਵਾਲਾ ਹੈ 3 ਤਰੀਕ ਨੂੰ, ਉਸ ਦੇ ਲਈ ਸਾਇੰਸ ਕਰਾਂਗੇ। ਜਿਹੜਾ ਆਪਾਂ ਅੱਜ ਚੈਪਟਰ ਕਰਨ ਜਾ ਰਹੇ ਹਾਂ, ਇਹਦਾ ਨਾਮ ਹੈ ਦ ਕੈਮੀਕਲ ਰਿਐਕਸ਼ਨਸ ਐਂਡ ਇਕੁਏਸ਼ਨਸ। ਮੈਂ ਤੁਹਾਨੂੰ ਦੱਸ ਦੇਣਾ ਚਾਹਾਂ, ਇਹ ਜਿਹੜੇ MCQ ਨੇ ਇਹ ਸਾਰੇ ਇਸ ਚਾਂਦ ਦੇ MCQ ਨੇ, ਜੋ ਇੱਕ 10ਵੀਂ ਦੀ ਗਾਈਡ ਹੈ। ਜੋ ਪਿਛਲਾ ਪੇਪਰ ਆਇਆ ਸੀ ਸਾਰਾ ਦਾ ਸਾਰਾ ਬਿਲਕੁਲ ਐਜ਼ ਇਟ ਇਜ਼ ਕੁਐਸਚਨ ਇਸੇ ਬੁੱਕ ਵਿੱਚੋਂ ਚੱਕੇ ਗਏ ਹੋਏ ਸੀ। ਸੋ ਬੜੀਆਂ ਰਿਕੁਐਸਟ ਆ ਰਹੀਆਂ ਸੀ ਸਾਰਿਆਂ ਦੀਆਂ ਕਿ ਆਪਾਂ ਇਹ ਵਾਲੀ ਬੁੱਕ ਦੇ MCQ ਕਵਰ ਕਰੀਏ। ਤਾਂ ਚਲੋ ਅੱਜ ਆਪਾਂ ਸਟਾਰਟ ਕਰਦੇ ਹਾਂ। ਮੈਂ ਕੋਸ਼ਿਸ਼ ਕਰਾਂਗਾ ਜਿੰਨਾ ਕੁ ਪੰਜਾਬੀ 'ਚ ਵੀ ਹੋ ਸਕੇ ਨਾਲ ਤੁਹਾਨੂੰ ਦੱਸਾਂਗਾ, ਬਾਕੀ ਆਪਾਂ ਇੰਗਲਿਸ਼ 'ਚ ਤਾਂ ਦਿੱਤੇ ਹੀ ਹੋਏ ਨੇ ਅਤੇ ਉਹ ਰੀਡ ਕਰਦੇ ਹਾਂ। ਜਿਹੜਾ ਅੱਜ ਦਾ ਆਪਣਾ ਪਹਿਲਾ ਕੁਐਸਚਨ ਹੈ ਉਹ ਹੈ ਜੀ, ਵਨ ਆਫ ਦ ਫੋਲੋਇੰਗ ਡਜ਼ ਨਾਟ ਹੈਪਨ ਡਿਊਰਿੰਗ ਅ ਕੈਮੀਕਲ ਰਿਐਕਸ਼ਨ। ਦੇਖੋ ਜੀ, ਰਿਐਕਸ਼ਨ ਆਪਣੇ ਕੋਲ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਜੀ। ਇੱਕ ਆਪਣੇ ਕੋਲ ਹੁੰਦੀ ਹੈ ਜੀ ਕੈਮੀਕਲ ਰਿਐਕਸ਼ਨ ਅਤੇ ਇੱਕ ਆਪਣੇ ਕੋਲ ਹੁੰਦੀ ਹੈ ਜੀ ਫਿਜ਼ੀਕਲ ਰਿਐਕਸ਼ਨ। ਜਿਹੜੀ ਕੈਮੀਕਲ ਰਿਐਕਸ਼ਨ ਹੈ ਉਸ ਵਿੱਚ ਇੱਕ ਨਵਾਂ ਪਦਾਰਥ ਬਣਦਾ ਹੈ ਅਤੇ ਫਿਜ਼ੀਕਲ ਰਿਐਕਸ਼ਨ ਵਿੱਚ ਇੱਕ ਨਵਾਂ ਪਦਾਰਥ ਨਹੀਂ ਬਣਦਾ। ਮੈਂ ਦੋਨਾਂ ਦੀ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਦਾ ਜਿਨ੍ਹਾਂ ਨਾਲ ਤੁਹਾਨੂੰ ਆਈਡੀਆ ਹੋ ਜਾਏਗਾ। ਦੇਖੋ, ਕੈਮੀਕਲ ਰਿਐਕਸ਼ਨ ਜਿਵੇਂ ਦੁੱਧ ਤੋਂ ਦਹੀਂ ਬਣ ਜਾਣਾ, ਇਸ ਵਿੱਚ ਇੱਕ ਨਵੀਂ ਚੀਜ਼ ਬਣੀ। ਅਤੇ ਫਿਜ਼ੀਕਲ ਰਿਐਕਸ਼ਨ ਜਿਵੇਂ ਬਰਫ਼ ਤੋਂ ਪਾਣੀ ਬਣ ਜਾਣਾ। ਪਾਣੀ ਕੀ, ਪਾਣੀ ਦਾ ਪਾਣੀ ਹੀ ਰਿਹਾ। ਬਰਫ਼ ਦੀ ਫੋਰਮ 'ਚ ਸੀ ਉਦੋਂ ਵੀ ਉਹ ਪਾਣੀ ਸੀ, ਜਦੋਂ ਤਰਲ ਬਣ ਗਿਆ ਉਦੋਂ ਵੀ ਉਹ ਪਾਣੀ ਹੈ। ਉਹਦੇ ਵਿੱਚ ਕੋਈ ਨਵੀਂ ਚੀਜ਼ ਨਹੀਂ ਬਣੀ। ਹੁਣ ਆਪਾਂ ਇਹ ਕੁਐਸਚਨਸ ਦੇਖਦੇ ਹਾਂ ਜੀ, ਇਹਦੀਆਂ ਆਪਸ਼ਨਸ ਦੇਖਦੇ ਹਾਂ। ਦੇਖੋ, ਬ੍ਰੇਕਿੰਗ ਆਫ ਓਲਡ ਕੈਮੀਕਲ ਬੌਂਡ ਐਂਡ ਫੋਰਮੇਸ਼ਨ ਆਫ ਨਿਊ ਕੈਮੀਕਲ ਬੌਂਡ, ਇਹ ਚੀਜ਼ ਤਾਂ ਹੁੰਦੀ ਹੈ, ਆਪਾਂ ਨੂੰ ਪਤਾ ਜੀ। ਜਿਹੜੀ ਕੈਮੀਕਲ ਰਿਐਕਸ਼ਨ ਦੇ ਦੌਰਾਨ ਪੁਰਾਣੀਆਂ ਬੌਂਡਸ ਟੁੱਟਦੀਆਂ ਅਤੇ ਨਵੀਆਂ ਬਣਨਗੀਆਂ। ਫੋਰਮੇਸ਼ਨ ਆਫ ਨਿਊ ਸਬਸਟਾਂਸ ਵਿਦ ਐਂਟਾਇਰਲੀ ਡਿਫਰੈਂਟ ਪ੍ਰੋਪਰਟੀਜ਼। ਦੇਖੋ ਜੀ, ਜਿਹੜੀਆਂ ਨਵਾਂ ਸਬਸਟਾਂਸ ਬਣੇਗਾ, ਆਪਾਂ ਨੂੰ ਪਤਾ ਜੀ, ਜਿਵੇਂ ਆਪਾਂ ਦੁੱਧ ਅਤੇ ਦਹੀਂ ਦੀ ਐਗਜ਼ਾਮਪਲ ਲੈ ਲਈਏ। ਦਹੀਂ ਹੈ ਜਿਹੜੀ ਉਹ ਬਿਲਕੁਲ ਨਵੀਂ ਪ੍ਰੋਪਰਟੀਜ਼ ਨੇ, ਉਹਦੀਆਂ ਦੁੱਧ ਨਾਲੋਂ ਬਿਲਕੁਲ ਵੱਖਰੀਆਂ ਪ੍ਰੋਪਰਟੀਜ਼ ਹੁੰਦੀਆਂ ਨੇ, ਠੀਕ ਹੈ ਜੀ। ਸੋ ਇਹ ਵੀ ਚੀਜ਼ ਕੈਮੀਕਲ ਬੌਂਡ ਵਿੱਚ, ਕੈਮੀਕਲ ਰਿਐਕਸ਼ਨ ਵਿੱਚ ਫਸਟ ਵੀ ਹੁੰਦੀ ਹੈ, ਸੈਕਿੰਡ ਵੀ ਹੁੰਦੀ ਹੈ। ਹੁਣ ਆਪਣੇ ਕੋਲ ਆ ਗਿਆ ਜੀ ਨੈਕਸਟ, ਐਟਮਸ ਆਫ ਵਨ ਐਲੀਮੈਂਟ ਚੇਂਜ ਇਨਟੂ ਅਨਦਰ ਐਲੀਮੈਂਟ ਆਫ ਟੂ ਫਾਰਮ ਨਿਊ ਪ੍ਰੋਡਕਟਸ। ਦੇਖੋ ਜੀ, ਆਪਣੇ ਕੋਲ C ਆਪਸ਼ਨ ਆ ਗਈ। ਇਹ ਕਹਿ ਰਹੀ ਹੈ ਜੀ, ਐਟਮਸ ਆਫ ਵਨ ਐਲੀਮੈਂਟ ਚੇਂਜ ਇਨਟੂ ਦੋਜ਼ ਆਫ ਅਨਦਰ ਐਲੀਮੈਂਟਸ ਟੂ ਫਾਰਮ ਨਿਊ ਪ੍ਰੋਡਕਟਸ। ਦੇਖੋ ਜੀ, ਕਿਸੇ ਵੀ ਤਰ੍ਹਾਂ ਦੀ ਰਿਐਕਸ਼ਨ ਹੋਵੇ, ਜਿਹੜਾ ਇੱਕ ਐਟਮ ਹੁੰਦਾ ਹੈ ਉਹ ਕਦੇ ਵੀ ਦੂਜੇ ਟਾਈਪ ਦੇ ਐਟਮ ਵਿੱਚ ਕਨਵਰਟ ਨਹੀਂ ਹੁੰਦਾ। ਕੀ ਹੁੰਦਾ ਜੀ, ਪੁਰਾਣੀਆਂ ਬੌਂਡ ਟੁੱਟਦੀਆਂ ਨੇ, ਨਵੀਆਂ ਬਣ ਜਾਣਗੀਆਂ, ਠੀਕ ਹੈ ਜੀ। ਬਟ ਕੋਈ ਵੀ ਇੱਕ ਐਟਮ, ਜਿਵੇਂ ਆਪਾਂ ਗੱਲ ਕਰੀਏ ਜੀ ਹਾਈਡਰੋਜਨ, ਹਾਈਡਰੋਜਨ ਇਹ ਕਦੇ ਵੀ ਆਕਸੀਜਨ 'ਚ ਕਨਵਰਟ ਨਹੀਂ ਹੋਏਗੀ। ਹਾਈਡਰੋਜਨ ਹਾਈਡਰੋਜਨ ਹੀ ਰਹੇਗੀ, ਠੀਕ ਹੈ ਜੀ। ਸੋ ਜਿਹੜੀ ਇੱਥੇ ਆਪਣਾ ਆਨਸਰ ਬਣ ਜਾਏਗਾ ਉਹ ਆ ਜਾਏਗਾ C ਆਪਸ਼ਨ। ਅਤੇ ਲਾਸਟ ਵਾਲਾ ਵੀ ਵੈਸੇ ਮੈਂ ਤੁਹਾਡੇ ਲਈ ਰੀਡ ਕਰ ਦੇਣਾ। ਇਹ ਹੈ ਜੀ, ਰੀਅਰੇਂਜਮੈਂਟ ਆਫ ਐਟਮਸ ਟੇਕਸ ਪਲੇਸ ਟੂ ਫਰੋਮ ਨਿਊ ਪ੍ਰੋਡਕਟਸ। ਇਹ ਵੀ ਗੱਲ ਬਿਲਕੁਲ ਸਹੀ ਹੈ, ਕੈਮੀਕਲ ਰਿਐਕਸ਼ਨ ਦੇ ਵਿੱਚ ਇਹ ਚੀਜ਼ ਹੁੰਦੀ ਹੈ, ਠੀਕ ਹੈ ਜੀ। ਚਲੋ ਆਪਾਂ ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਵੱਲ। ਆਪਣਾ ਅਗਲਾ ਕੁਐਸਚਨ ਹੈ ਜੀ ਆਪਣੇ ਕੋਲ, ਵਿਚ ਆਫ ਦ ਫੋਲੋਇੰਗ ਡਜ਼ ਨਾਟ ਇਨਵੋਲਵ ਅ ਕੈਮੀਕਲ ਰਿਐਕਸ਼ਨ। ਹੁਣ ਸਿੰਪਲ ਜੀ ਗੱਲ ਹੈ, ਆਪਾਂ ਦੇਖਣਾ ਕਿਸ ਦੇ ਵਿੱਚ ਕੈਮੀਕਲ ਰਿਐਕਸ਼ਨ ਨਹੀਂ ਹੋ ਰਹੀ। ਆਪਣੀ ਜਿਹੜੀ ਪਹਿਲੀ ਆਪਸ਼ਨ ਹੈ ਜੀ, ਡਾਈਜੈਸ਼ਨ ਆਫ ਫੂਡ ਇਨ ਅਵਰ ਬੋਡੀ। ਦੇਖੋ ਜੀ, ਫੂਡ ਦਾ ਡਾਈਜੈਸਟ ਹੋਣਾ, ਆਪਣੀ ਬੋਡੀ ਵਿੱਚ ਆਪਾਂ ਪ੍ਰੋਟੀਨ ਲੈਂਦੇ ਹਾਂ, ਪ੍ਰੋਟੀਨ ਨੂੰ ਆਪਣੇ ਸਰੀਰ ਦੇ ਐਂਜ਼ਾਈਮ ਅਮਾਈਨੋ ਐਸਿਡ ਵਿੱਚ ਤੋੜ ਦਿੰਦੇ ਹਨ, ਉੱਥੇ ਇੱਕ ਕੈਮੀਕਲ ਰਿਐਕਸ਼ਨ ਹੋ ਰਹੀ ਹੈ। ਅੱਗੇ ਆ ਗਿਆ ਜੀ ਪ੍ਰੋਸੈਸ ਆਫ ਰੈਸਪੀਰੇਸ਼ਨ। ਪ੍ਰੋਸੈਸ ਆਫ ਰੈਸਪੀਰੇਸ਼ਨ ਕਿਹਾ ਜਾਂਦਾ ਹੈ ਜੀ ਸਾਹ ਦੀ ਕਿਰਿਆ ਨੂੰ। ਜੇ ਆਪਾਂ ਸਾਹ ਦੀ ਕਿਰਿਆ ਦੀ ਗੱਲ ਕਰੀਏ, ਇਸ ਵਿੱਚ ਜਿਹੜਾ ਆਪਣੇ ਸਰੀਰ ਵਿੱਚ ਗਲੂਕੋਜ਼ ਹੈ ਉਸ ਨੂੰ ਛੋਟੇ ਛੋਟੇ ਭਾਗਾਂ ਵਿੱਚ ਤੋੜਿਆ ਜਾਂਦਾ ਹੈ। ਇਸ ਵਿੱਚ ਵੀ ਇੱਕ ਕੈਮੀਕਲ ਰਿਐਕਸ਼ਨ ਹੋ ਰਹੀ ਹੈ। ਅੱਗੇ ਚੱਲਦੇ ਹਾਂ ਜੀ, C ਆਪਸ਼ਨ ਆਪਣੇ ਕੋਲ ਆ ਗਈ, ਬਰਨਿੰਗ ਆਫ ਕੈਂਡਲ ਵੈਕਸ ਵੈਨ ਹੀਟਿਡ। ਦੇਖੋ ਜੀ, ਜਦੋਂ ਵੀ ਆਪਾਂ ਜਿਹੜੀ ਕੈਂਡਲ ਦੀ ਵੈਕਸ ਹੋਏਗੀ, ਆਪਣਾ ਮੋਮ ਹੋਏਗਾ, ਉਹਨੂੰ ਜਲਾਵਾਂਗੇ। ਜਦੋਂ ਆਪਾਂ ਜਲਾਵਾਂਗੇ, ਕੋਈ ਵੀ ਜਲਨ ਦੀ ਕਿਰਿਆ ਆ ਜਾਵੇ, ਉੱਥੇ ਕੈਮੀਕਲ ਰਿਐਕਸ਼ਨ ਹੁੰਦੀ ਹੈ। ਆਪਾਂ ਦੱਸਣਾ ਕਿੱਥੇ ਨਹੀਂ ਹੁੰਦੀ। ਲਾਸਟ ਆਪਸ਼ਨ ਹੈ ਜੀ, ਮੈਲਟਿੰਗ ਆਫ ਕੈਂਡਲ ਵੈਕਸ ਔਨ ਹੀਟਿੰਗ। ਦੇਖੋ ਜੀ, ਜਦੋਂ ਆਪਾਂ ਵੈਕਸ ਨੂੰ ਪਿੰਗਲਾਤਾ, ਜਦੋਂ ਵੈਕਸ ਪਿੰਗਲ ਗਈ, ਉਹਦੇ ਵਿੱਚ ਕੋਈ ਨਵੀਂ ਚੀਜ਼ ਨਹੀਂ ਬਣੀ, ਉਹ ਜਸਟ ਪਿੰਗਲੀ ਸੀ, ਉਹਦੀ ਫਾਰਮ ਬਦਲ ਗਈ ਹੈ। ਸੋ ਇੱਥੇ ਇੱਕ ਕੈਮੀਕਲ ਰਿਐਕਸ਼ਨ ਨਹੀਂ ਹੋ ਰਹੀ। ਚਲੋ ਜੀ, ਆਪਾਂ ਅੱਗੇ ਚੱਲਦੇ ਹਾਂ। ਅਗਲਾ ਕੁਐਸਚਨ ਆ ਗਿਆ ਜੀ ਆਪਣੇ ਕੋਲ, ਯੂ ਆਰ ਗਿਵਨ ਅ ਸੋਲਿਊਸ਼ਨ ਆਫ ਲੈਡ ਨਾਈਟ੍ਰੇਟ। ਦੇਖੋ ਜੀ, ਲੈਡ ਨਾਈਟ੍ਰੇਟ ਦਾ ਸੋਲਿਊਸ਼ਨ ਦਿੱਤਾ ਹੈ, ਇਨ ਆਰਡਰ ਟੂ ਓਬਟੇਨ ਯੈਲੋ ਪ੍ਰੈਸੀਪੀਟੇਟ। ਪ੍ਰੈਸੀਪੀਟੇਟ ਤੁਸੀਂ ਸਮਝ ਸਕਦੇ ਹੋ ਜੀ, ਛੋਟੇ ਛੋਟੇ ਦਾਣੇ। ਜਿਵੇਂ ਆਪਾਂ ਦੁੱਧ 'ਚੋਂ ਮੱਖਣ ਕੱਢੀਦਾ ਅਤੇ ਮੱਖਣ ਬਿਲਕੁਲ ਅਲੱਗ ਹਲਕੇ ਹਲਕੇ ਦਾਣੇਦਾਰ ਫਾਰਮ 'ਚ ਬਾਹਰ ਆ ਜਾਂਦਾ, ਇਹਨੂੰ ਬੋਲਿਆ ਜਾਂਦਾ ਜੀ ਪ੍ਰੈਸੀਪੀਟੇਟ, ਠੀਕ ਹੈ ਜੀ। ਯੂ ਸ਼ੁੱਡ ਮਿਕਸ ਇਟ ਵਿਦ ਅ ਸੋਲਿਊਸ਼ਨ ਆਫ। ਆਪਾਂ ਨੂੰ ਕਿਹਦੇ ਨਾਲ ਇਸ ਨੂੰ ਮਿਕਸ ਕਰਨਾ ਚਾਹੀਦਾ। ਉਹਨਾਂ ਨੇ ਪੁੱਛਿਆ ਜੀ, ਲੈਡ ਨਾਈਟ੍ਰੇਟ ਨੂੰ ਆਪਾਂ ਕਿਸ ਦੇ ਨਾਲ ਮਿਕਸ ਕਰੀਏ ਕਿ ਯੈਲੋ ਪ੍ਰੈਸੀਪੀਟੇਟ ਬਣ ਜਾਣ। ਦੇਖੋ ਜੀ, ਪਹਿਲਾਂ ਮੈਂ ਤੁਹਾਨੂੰ ਇਹਦਾ ਆਨਸਰ ਦੱਸਦਾ। ਇਹਦਾ ਆਨਸਰ ਹੈ ਜੀ ਆਪਣੇ ਕੋਲ ਪੋਟੈਸ਼ੀਅਮ ਆਇਓਡੇਟ, D ਆਪਸ਼ਨ। ਹੁਣ ਇਹ ਹੋ ਕੀ ਰਿਹਾ, ਚੱਲ ਕੀ ਰਿਹਾ, ਇਹ ਗੱਲ ਕਰਨੀ ਬਹੁਤ ਜ਼ਰੂਰੀ ਹੈ। ਦੇਖੋ ਜੀ, ਕੋਈ ਵੀ ਕੈਮੀਕਲ ਰਿਐਕਸ਼ਨ ਹੋਏਗੀ, ਉਹ ਆਪਾਂ ਨੂੰ ਕਿਵੇਂ ਪਤਾ ਚੱਲੇਗਾ ਕੋਈ ਕੈਮੀਕਲ ਰਿਐਕਸ਼ਨ ਹੈ ਜਾਂ ਫਿਜ਼ੀਕਲ। ਇਹਦੇ ਵਿੱਚ 3 ਤੋਂ 4 ਤਰ੍ਹਾਂ ਦੇ ਚੇਂਜ ਹੁੰਦੇ ਨੇ। ਜਾਂ ਤਾਂ ਕੀ ਹੁੰਦਾ ਜੀ, ਕੋਈ ਪ੍ਰੈਸੀਪੀਟੇਟ ਬਣਦਾ,
ਜਾਂ ਕਿਸੇ ਚੀਜ਼ ਦਾ ਕਲਰ ਬਦਲ ਜਾਂਦਾ ਹੈ ਜਾਂ ਉਹਦੇ 'ਚੋਂ ਹੀਟ ਬਾਹਰ ਆ ਜਾਂਦੀ ਹੈ, ਕੋਈ ਗੈਸ ਨਿਕਲਦੀ ਹੈ। ਇਸ ਤਰ੍ਹਾਂ ਦੀਆਂ ਚੀਜ਼ਾਂ ਨਾਲ ਆਪਾਂ ਨੂੰ ਆਈਡੀਆ ਹੋ ਜਾਂਦਾ ਕਿ ਇੱਕ ਕੈਮੀਕਲ ਰਿਐਕਸ਼ਨ ਹੋ ਰਹੀ ਹੈ। ਚਲੋ ਜੀ ਅੱਗੇ ਚੱਲਦੇ ਹਾਂ। ਆਪਣੇ ਕੋਲ ਅਗਲਾ ਕੁਐਸਚਨ ਆ ਗਿਆ ਜੀ, ਐਨ ਐਸਿਡ ਵਿਚ ਕੈਨ ਡੀਕਲਰਾਈਜ਼ ਪਰਪਲ ਕਲਰਡ ਪੋਟੈਸ਼ੀਅਮ ਪਰ ਮੈਗਨੇਟ ਸੋਲਿਊਸ਼ਨ। ਹੁਣ ਦੇਖੋ ਜੀ, ਜਿਹੜੇ ਬੱਚੇ ਸਾਇੰਸ ਨਾਲ ਰਿਲੇਟ ਕਰਦੇ ਨੇ ਉਹ ਸਮਝ ਪਾਉਣਗੇ ਜੀ, ਜਿਹੜਾ ਆਪਣੇ ਕੋਲ ਪੋਟੈਸ਼ੀਅਮ ਪਰ ਮੈਗਨੇਟ ਹੈਗਾ ਜੀ, ਇਹ ਕੀ ਹੁੰਦਾ, ਪਰਪਲ ਕਲਰ ਦਾ ਹੁੰਦਾ ਹੈ। ਅਤੇ ਇਸ ਨੂੰ ਡੀਕਲਰਾਈਜ਼, ਇਸ ਦਾ ਕਲਰ ਡੀਕਲਰਾਈਜ਼ ਕਰਨ ਦਾ ਮਤਲਬ ਹੁੰਦਾ ਜੀ ਇਸ ਦਾ ਕਲਰ ਖਤਮ ਕਰਨਾ। ਮੈਂ ਤੁਹਾਨੂੰ ਦੱਸਦਾ ਜੀ, ਇਸ ਦਾ ਆਪਣੇ ਕੋਲ ਜਿਹੜੀ ਆਪਸ਼ਨ ਆਏਗੀ ਉਹ ਆਏਗੀ ਜੀ ਸਿਟਰਿਕ ਐਸਿਡ। ਕਿਹੜੀ ਆਏਗੀ ਜੀ, ਸਿਟਰਿਕ ਐਸਿਡ। ਇਸ ਦਾ ਬੀ ਸਹੀ ਆਪਸ਼ਨ ਹੈ। ਹੁਣ ਇਹ ਕੁਐਸਚਨ ਕਿੱਥੋਂ ਪੁੱਛਿਆ ਗਿਆ, ਇਹ ਚੈਪਟਰ 'ਚ ਕਿਉਂ ਪੁੱਛਿਆ ਗਿਆ? ਦੇਖੋ ਜੀ, ਇੱਕ ਕੈਮੀਕਲ ਰਿਐਕਸ਼ਨ ਜਦੋਂ ਵੀ ਹੋ ਰਹੀ ਹੈ, ਕਿਸੇ ਚੀਜ਼ ਦਾ ਕਲਰ ਜਾ ਰਿਹਾ, ਪੋਟੈਸ਼ੀਅਮ ਪਰ ਮੈਗਨੇਟ ਜਿਹੜਾ ਆਪਣੇ ਕੋਲ ਪਰਪਲ ਕਲਰ ਦਾ ਸੀ, ਹੁਣ ਉਹ ਕੀ ਬਣ ਰਿਹਾ ਜੀ, ਕਲਰਲੈਸ ਬਣ ਰਿਹਾ। ਠੀਕ ਹੈ ਜੀ। ਚਲੋ ਆਪਾਂ ਅੱਗੇ ਚੱਲਦੇ ਹਾਂ ਆਪਣੇ ਅਗਲੇ ਕੁਐਸਚਨ ਵੱਲ। ਅਗਲਾ ਕੁਐਸਚਨ ਹੈ ਜੀ, ਦ ਕੈਮੀਕਲ ਰਿਐਕਸ਼ਨ ਬਿਟਵੀਨ ਟੂ ਸਬਸਟੈਂਸਿਸ ਇਜ਼ ਕਰੈਕਟਰਿਸਟਿਕਡ ਬਾਈ ਅ ਚੇਂਜ ਇਨ ਕਲਰ ਫਰੋਮ ਔਰੇਂਜ ਟੂ ਗ੍ਰੀਨ। ਦੇਖੋ ਯਾਦ ਰੱਖਣਾ, ਇਹ ਹੁਣ ਕੁਛ ਚੀਜ਼ਾਂ ਤੁਹਾਨੂੰ ਇਹਦੇ ਵਿੱਚ ਯਾਦ ਕਰਨੀਆਂ ਪੈਣੀਆਂ। ਜਿਹੜੇ ਬੱਚੇ ਸਾਇੰਸ ਵਾਲੇ ਨੇ ਉਹ ਥੋੜ੍ਹਾ ਰਿਲੇਟ ਕਰ ਪਾਉਣਗੇ, ਪਰ ਹੋ ਸਕਦਾ ਬਾਕੀਆਂ ਨੂੰ ਸਮਝ ਨਾ ਲੱਗ ਰਹੀ ਹੋਵੇ, ਪਰ ਕੋਸ਼ਿਸ਼ ਕਰੋ। ਦੇਖੋ ਜੀ, ਆਪਣੀ ਨੌਕਰੀ ਦਾ ਸਵਾਲ ਹੈ, ਕੁਛ ਚੀਜ਼ਾਂ ਆਪਾਂ ਨੂੰ ਯਾਦ ਕਰਨੀਆਂ ਪੈਣਗੀਆਂ। ਰੀਜ਼ਨ ਹਰ ਚੀਜ਼ ਦਾ ਹੈਗਾ, ਪਰ ਗੱਲ ਇਹ ਹੈ ਕਿ ਆਪਾਂ ਕਈ ਵਾਰ ਇਸ ਛੋਟੇ ਲੈਵਲ 'ਤੇ ਐਡਾ ਵੱਡਾ ਰੀਜ਼ਨ ਡਿਸਕਸ ਨਹੀਂ ਕਰ ਸਕਦੇ। ਆਪਾਂ ਡਾਇਰੈਕਟ ਇਸ ਵੇਲੇ ਇਹਦਾ ਆਨਸਰ ਕਰਾਂਗੇ। ਦੇਖੋ ਜੀ, ਇਹਦਾ ਹੈਗਾ ਪੋਟੈਸ਼ੀਅਮ ਡਾਈਕ੍ਰੋਮੇਟ ਅਤੇ ਸਲਫਰ ਡਾਈਆਕਸਾਈਡ। ਪੋਟੈਸ਼ੀਅਮ ਡਾਈਕ੍ਰੋਮੇਟ ਦਾ ਕਲਰ ਹੁੰਦਾ ਜੀ ਔਰੇਂਜ। ਜਦੋਂ ਇਹਦੇ ਵਿੱਚੋਂ ਸਲਫਰ ਡਾਈਆਕਸਾਈਡ ਗੈਸ ਪਾਈ ਜਾਂਦੀ ਹੈ ਤਾਂ ਇਹ ਬਣ ਜਾਂਦਾ ਜੀ ਗ੍ਰੀਨ। ਠੀਕ ਹੈ ਜੀ, ਇਹਨੂੰ ਯਾਦ ਰੱਖਣਾ। ਇਹ ਆਪਣਾ ਇੱਕ ਗਰੁੱਪ ਹੈ, ਇੱਕ ਆਪਣਾ ਪੇਅਰ ਹੈ। ਪੋਟੈਸ਼ੀਅਮ ਡਾਈਕ੍ਰੋਮੇਟ ਨਾਲ ਆਪਾਂ ਕੀ ਮਿਲਾਵਾਂਗੇ, ਸਲਫਰ ਡਾਈਆਕਸਾਈਡ, ਅਤੇ ਇਹਦਾ ਕਲਰ ਹੈ ਜਿਹੜਾ ਚੇਂਜ ਹੋ ਜਾਏਗਾ। ਚਲੋ ਜੀ ਆਪਾਂ ਅਗਲੇ ਕੁਐਸਚਨ ਵੱਲ ਚੱਲਦੇ ਹਾਂ। ਹੁਣ ਜਿਹੜਾ ਆਪਣਾ ਅਗਲਾ ਕੁਐਸਚਨ ਹੈ ਜੀ, ਇਹ ਆਪਣੇ ਕੋਲ ਆ ਗਿਆ ਜੀ, ਦ ਕੈਮੀਕਲ ਰਿਐਕਸ਼ਨ ਬਿਟਵੀਨ ਕੁਇਕ ਲਾਈਮ ਐਂਡ ਵਾਟਰ ਇਜ਼ ਕਰੈਕਟਰਿਸਟਿਕਸ ਬਾਈ। ਦੇਖੋ ਜੀ, ਕੁਇਕ ਲਾਈਮ ਕੀ ਹੁੰਦਾ, ਕੁਇਕ ਲਾਈਮ ਹੁੰਦਾ ਜੀ ਚੂਨਾ। ਮੈਂ ਤੁਹਾਨੂੰ ਦੱਸਦਾ, ਜਿਹੜਾ ਆਪਾਂ ਕਲੀ ਕਰਵਾਈ ਦੀ ਘਰਾਂ ਦੇ ਵਿੱਚ, ਜਿਹੜਾ ਆਪਣੇ ਕੋਲ ਚੂਨਾ ਹੁੰਦਾ, ਜਦੋਂ ਚੂਨੇ ਵਿੱਚ ਪਾਣੀ ਮਿਕਸ ਕਰਾਂਗੇ ਕੀ ਹੋਏਗਾ। ਆਪਸ਼ਨ ਦੇਖਦੇ ਹਾਂ ਜੀ। ਪਹਿਲੀ ਆਪਸ਼ਨ ਹੈ ਇਵੋਲਿਊਸ਼ਨ ਆਫ ਹਾਈਡਰੋਜਨ ਗੈਸ, ਕੀ ਹਾਈਡਰੋਜਨ ਗੈਸ ਨਿਕਲੇਗੀ। ਦੂਜਾ ਆਪਸ਼ਨ ਹੈ ਜੀ ਫਾਰਮੇਸ਼ਨ ਆਫ ਸਲੇਕਡ ਲਾਈਮ ਪ੍ਰੈਸੀਪੀਟੇਟ, ਕੀ ਉੱਥੇ ਕੋਈ ਦਾਣੇਦਾਰ ਚੀਜ਼ ਬਣੇਗੀ ਸਲੇਕਡ ਲਾਈਮ ਦੀ। ਤੀਜਾ ਆਪਸ਼ਨ ਹੈ ਜੀ ਚੇਂਜ ਇਨ ਮਿਕਸਚਰ ਆਫ ਚੇਂਜ ਇਨ ਟੈਂਪਰੇਚਰ ਆਫ ਮਿਕਸਚਰ। ਲਾਸਟ ਹੈ ਜੀ ਚੇਂਜ ਇਨ ਕਲਰ ਆਫ ਪ੍ਰੋਡਕਟ। ਦੇਖੋ ਜੀ, ਯਾਦ ਕਰਨਾ ਹੈ, ਜਦੋਂ ਵੀ ਕਦੇ ਚੂਨੇ ਨੂੰ ਪਾਣੀ ਵਿੱਚ ਮਿਕਸ ਕੀਤਾ ਜਾਂਦਾ ਹੈ, ਚੂਨਾ ਲਿਆ, ਪਾਣੀ ਲਿਆ, ਇਸ ਨੂੰ ਇੱਕ ਡੰਡੇ ਨਾਲ ਹਮੇਸ਼ਾ ਮਿਕਸ ਕੀਤਾ ਜਾਂਦਾ ਹੈ। ਕਦੇ ਵੀ ਇਹਦੇ ਵਿੱਚ ਹੱਥ ਨਹੀਂ ਪਾਇਆ ਜਾਂਦਾ, ਕਿਉਂਕਿ ਜਦੋਂ ਆਪਾਂ ਇਹਨੂੰ ਮਿਕਸ ਕਰਦੇ ਹਾਂ ਇਹਦੇ ਵਿੱਚੋਂ ਗਰਮੀ ਬਾਹਰ ਆਉਂਦੀ ਹੈ। ਇਹ ਗੱਲ ਨੂੰ ਤੁਸੀਂ ਯਾਦ ਰੱਖਣਾ। ਅਤੇ ਇਸੇ ਗੱਲ ਨਾਲ ਰਿਲੇਟ ਕਰਦੇ ਹੋਏ ਆਪਾਂ ਇਹਦਾ ਆਨਸਰ ਕੀ ਕਰਨਾ ਜੀ, ਇਹਦਾ ਆਨਸਰ ਇਹ ਸੀ ਕਿ ਜਿਹੜਾ ਮਿਕਸਚਰ ਹੈ ਉਹਦਾ ਜਿਹੜਾ ਤਾਪਮਾਨ ਹੈ ਜੀ ਉਹ ਬਦਲ ਜਾਏਗਾ। ਆਪਾਂ ਅੱਗੇ ਚੱਲਦੇ ਹਾਂ। ਆਪਣੇ ਕੋਲ ਨੈਕਸਟ ਕੁਐਸਚਨ ਆ ਗਿਆ ਜੀ ਆਪਣਾ 42 ਕੁਐਸਚਨ। ਠੀਕ ਹੈ ਜੀ, 42 ਕੁਐਸਚਨ ਵਿੱਚ ਹੁਣ ਆਪਾਂ ਕੀ ਦੇਖਣਾ ਜੀ, ਇੱਥੇ ਵਨ ਆਫ ਦ ਫੋਲੋਇੰਗ ਇਜ਼ ਐਨ ਐਂਡੋਥਰਮਿਕ ਰਿਐਕਸ਼ਨ। ਦੇਖੋ ਸਿੰਪਲ ਜੀ ਗੱਲ ਯਾਦ ਰੱਖਣੀ ਹੈ, ਐਂਡੋਥਰਮਿਕ ਐਗਜ਼ੋਥਰਮਿਕ। ਮੈਂ ਤੁਹਾਨੂੰ ਦੱਸਦਾ, ਐਂਡੋ ਮਤਲਬ ਅੰਦਰ। ਦੇਖੋ ਜੀ, ਮੈਂ ਇੱਥੇ ਲਿਖਣ ਦੀ ਵੀ ਕੋਸ਼ਿਸ਼ ਕਰਨਾ। ਐਂਡੋ ਮਤਲਬ ਜੀ ਇਨ, ਅਤੇ ਐਗਜ਼ੋ ਮਤਲਬ ਆਊਟ। ਐਂਡੋ ਵਰਡ ਅੰਦਰ ਲਈ ਵਰਤਿਆ ਜਾਂਦਾ ਹੈ, ਐਗਜ਼ੋ ਵਰਡ ਐਗਜ਼ਿਟ ਲਈ ਵਰਤਿਆ ਜਾਂਦਾ ਹੈ। ਅਤੇ ਥਰਮ ਵਰਡ ਜਿੱਥੇ ਵੀ ਤੁਹਾਨੂੰ ਮਿਲ ਜਾਵੇ, ਇਹਦਾ ਮਤਲਬ ਹੁੰਦਾ ਜੀ ਹੀਟ। ਕੀ ਮਤਲਬ ਹੁੰਦਾ ਇਹਦਾ, ਆਪਣੇ ਕੋਲ ਆ ਜਾਂਦਾ ਹੀਟ। ਦੇਖੋ ਜੀ, ਹੁਣ ਕਿਹੜੀ ਐਸੀ ਰਿਐਕਸ਼ਨ ਹੈ ਜਿਹਦੇ ਵਿੱਚ ਹੀਟ ਲਈ ਜਾ ਰਹੀ ਹੈ। ਹੁਣ ਇੱਕ ਮੈਂ ਤੁਹਾਨੂੰ ਗੱਲ ਦੱਸਾਂ, ਦੇਖੋ ਇਹ ਵੀ ਤੁਹਾਨੂੰ ਕੁਛ ਯਾਦ ਕਰਨੀਆਂ ਪੈਣਗੀਆਂ। ਜੇ ਕੋਈ ਤੁਸੀਂ ਪਹਿਲਾਂ ਤੋਂ ਸਾਇੰਸ ਕੀਤੀ ਹੋਈ ਹੈ ਫਿਰ ਤੁਸੀਂ ਰਿਲੇਟ ਕਰ ਪਾਓਗੇ। ਇਹਦਾ ਆਪਾਂ ਸਿੱਧਾ ਆਨਸਰ ਕਰਦੇ ਹਾਂ। ਇਹਦਾ ਆਨਸਰ ਹੈ ਜੀ ਬੀ ਆਨਸਰ। ਕੀ ਆਨਸਰ ਹੈ ਆਪਣੇ ਕੋਲ ਇਸ ਵੇਲੇ ਇਹਦਾ, ਬੀ। ਜਦੋਂ ਵੀ ਨਾਈਟ੍ਰੋਜਨ ਅਤੇ ਆਕਸੀਜਨ ਮਿਲੇਗੀ, ਨਾਈਟ੍ਰੋਜਨ ਮੋਨੋਆਕਸਾਈਡ ਬਣੇਗੀ, ਉਸ ਟਾਈਮ ਆਪਾਂ ਨੂੰ ਹੀਟ ਦੇਣੀ ਪਏਗੀ। ਐਂਡੋਥਰਮਿਕ ਇਹ ਜਿਹੜਾ ਪੇਅਰ ਹੈ ਇਹ ਰਿਐਕਸ਼ਨ ਦੇ ਵਿੱਚ ਹੀਟ ਲਏਗਾ। ਬਾਕੀ ਜਿੰਨੀਆਂ ਵੀ ਰਿਐਕਸ਼ਨ ਹੋਣਗੀਆਂ, ਕਾਰਬਨ ਮੋਨੋਆਕਸਾਈਡ ਬਣ ਰਹੀ ਹੈ, ਕਾਰਬਨ ਡਾਈਆਕਸਾਈਡ ਅਤੇ ਵਾਟਰ ਬਣ ਰਿਹਾ, ਜ਼ਿੰਕ ਅਤੇ ਹਾਈਡਰੋਕਲੋਰਿਕ ਐਸਿਡ ਨੂੰ ਮਿਲਾ ਰਹੇ ਨੇ, ਇਹ ਸਾਰੀਆਂ ਐਗਜ਼ੋਥਰਮਿਕ ਨੇ। ਸਿਰਫ ਇਹੀ ਇੱਕ ਰਿਐਕਸ਼ਨ ਹੈ ਜੀ ਜਿਹੜੀ ਆਪਣੇ ਕੋਲ ਐਂਡੋਥਰਮਿਕ ਹੈ। ਚਲੋ ਜੀ ਅੱਗੇ ਚੱਲਦੇ ਹਾਂ। ਅੱਗੇ ਆਪਣੇ ਕੋਲ ਰਿਐਕਸ਼ਨ ਆ ਗਈ ਜੀ। ਦੇਖੋ 44 ਕੁਐਸਚਨ ਆ ਗਿਆ, ਵਨ ਆਫ ਦ ਫੋਲੋਇੰਗ ਇਜ਼ ਐਨ ਐਗਜ਼ੋਥਰਮਿਕ। ਪਹਿਲਾਂ ਉਹਨਾਂ ਨੇ ਐਂਡੋਥਰਮਿਕ ਪੁੱਛੀ ਸੀ, ਹੁਣ ਪੁੱਛੀ ਹੈ ਜੀ ਐਗਜ਼ੋਥਰਮਿਕ। ਦੇਖੋ ਤੁਹਾਨੂੰ ਮੈਂ ਸਿੰਪਲੀ ਦੱਸਦਾ, ਜਦੋਂ ਵੀ ਕਿਤੋਂ ਆਪਾਂ ਐਨਰਜੀ ਲੈ ਰਹੇ ਹਾਂ, ਆਪਾਂ ਜਿਵੇਂ ਹੁਣ ਦੇਖੋ ਇੱਥੇ ਆਪਣੇ ਕੋਲ ਲਿਖਿਆ ਜੀ ਪ੍ਰੋਸੈਸ ਆਫ ਰੈਸਪੀਰੇਸ਼ਨ ਸਾਹ ਕਿਰਿਆ ਦੇ ਦੌਰਾਨ ਆਪਾਂ ਨੂੰ ਐਨਰਜੀ ਮਿਲ ਰਹੀ ਹੈ, ਤਾਪ ਮਿਲ ਰਿਹਾ, ਇਹ ਹੋਏਗੀ ਜੀ ਐਗਜ਼ੋਥਰਮਿਕ। ਬਾਕੀ ਸਾਰੀਆਂ ਚੀਜ਼ਾਂ, ਇਲੈਕਟ੍ਰੋਲਿਸਿਸ ਆਫ ਵਾਟਰ, ਲਾਈਮਸਟੋਨ ਤੋਂ ਕੁਇਕ ਲਾਈਮ ਬਣਾਉਣਾ, ਫੋਟੋਸਿੰਥੇਸਿਸ, ਸਾਰਿਆਂ ਵਿੱਚ ਐਨਰਜੀ ਆਪਾਂ ਨੂੰ ਦੇਣੀ ਪੈਂਦੀ ਹੈ। ਬਾਕੀ ਤਿੰਨੋਂ ਰਿਐਕਸ਼ਨ ਨੇ ਜਿਹੜੀਆਂ ਉਹ ਨੇ ਜੀ ਐਂਡੋਥਰਮਿਕ, ਸਿਰਫ ਇੱਕੋ ਰਿਐਕਸ਼ਨ ਇੱਥੇ ਐਗਜ਼ੋਥਰਮਿਕ। ਅੱਗੇ ਆ ਜਾਓ ਜੀ। ਅੱਗੇ ਆ ਗਿਆ ਆਪਣਾ 45 ਕੁਐਸਚਨ, ਦ ਕੈਮੀਕਲ ਇਕੁਏਸ਼ਨਸ ਆਰ ਬੈਲੈਂਸ ਟੂ ਸੈਟਿਸਫਾਈਡ ਫੋਲੋਇੰਗ ਲੋ ਇਨ ਕੈਮੀਕਲ ਰਿਐਕਸ਼ਨ। ਪਹਿਲਾਂ ਦੇਖੋ ਇਹ ਸਮਝਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਡੇ ਲਈ ਇੱਕ ਰਿਐਕਸ਼ਨ ਲਿਖ ਰਿਹਾ। ਦੇਖੋ ਜੀ, ਆਪਾਂ ਆਮ ਤੌਰ 'ਤੇ ਲਿਖਦੇ ਹਾਂ H2 + O2, ਇਹ ਬਣ ਜਾਂਦਾ ਜੀ ਆਪਣੇ ਕੋਲ H2O।
ਹੁਣ ਧਿਆਨ ਦੇਣ ਵਾਲੀ ਗੱਲ ਇਹ ਹੈ, ਆਪਾਂ ਰਿਐਕਟੈਂਟ ਵਿੱਚ ਪਾਇਆ ਜੀ O2, 2 ਆਕਸੀਜਨ ਪਾਈਆਂ, ਬਟ ਅੱਗੇ ਜਾ ਕੇ ਪਾਣੀ ਦੇ ਵਿੱਚ ਸਿਰਫ 1 ਆਕਸੀਜਨ ਸੀ, ਅਤੇ 1 ਆਕਸੀਜਨ ਗਈ ਕਿੱਥੇ? ਦੇਖੋ ਜੀ, ਇੱਥੇ ਜੇ ਆਪਾਂ ਸੋਚਦੇ ਹਾਂ ਕਿ 1 ਆਕਸੀਜਨ ਗਾਇਬ ਹੋ ਗਈ, ਗਾਇਬ ਕਿੱਥੇ ਹੋ ਗਈ? ਆਪਾਂ ਇੱਕ ਲੋਅ ਪੜ੍ਹੀ ਦਾ ਜੀ, ਇਹ ਦੇਖੋ ਆਪਸ਼ਨ ਦੇ ਵਿੱਚ ਦਿੱਤਾ ਹੋਇਆ, ਲੋਅ ਆਫ ਕੰਜ਼ਰਵੇਸ਼ਨ ਆਫ ਮਾਸ, ਕਿ ਜਿਹੜਾ ਮਾਸ ਹੈ, ਜਿਹੜਾ ਆਪਣੇ ਕੋਲ ਭਾਰ ਹੈ, ਇਹ ਨਾ ਕਦੇ ਬਣਾਇਆ ਜਾ ਸਕਦਾ ਅਤੇ ਨਾ ਹੀ ਇਹਨੂੰ ਕਦੇ ਮਿਟਾਇਆ ਜਾ ਸਕਦਾ, ਠੀਕ ਹੈ ਜੀ। ਇਸੇ ਲੋਅ 'ਤੇ ਬੇਸਡ ਹੁੰਦਾ ਆਪਾਂ ਕੈਮੀਕਲ ਰਿਐਕਸ਼ਨ ਨੂੰ ਬੈਲੈਂਸ ਕਰੀਦਾ। ਦੇਖੋ ਜੀ, ਜੇ ਅਗਰ ਮੈਂ ਇੱਥੇ 2 ਲਗਾ ਦਾਂ ਅਤੇ ਇੱਥੇ ਵੀ 2 ਲਗਾ ਦਾਂ, ਹੁਣ ਦੇਖੋ ਹੁਣ ਇਹ ਜਿਹੜੀ ਰਿਐਕਸ਼ਨ ਹੈ ਬੈਲੈਂਸ ਹੋ ਗਈ। ਜਿੰਨੇ ਇਸ ਸਾਈਡ 'ਤੇ ਆਪਾਂ ਚੀਜ਼ਾਂ ਪਾਈਆਂ, ਉਨੀਆਂ ਹੀ ਪ੍ਰੋਡਕਟ ਵਾਲੀ ਸਾਈਡ 'ਤੇ ਬਣ ਗਈਆਂ, ਅਤੇ ਆਪਣੇ ਕੋਲ ਫਿਰ ਕਿਹੜਾ ਲੋਅ ਫੋਲੋ ਕਰ ਰਿਹਾ ਜੀ? ਲੋਅ ਆਫ ਕੰਜ਼ਰਵੇਸ਼ਨ ਆਫ ਮਾਸ। ਉਮੀਦ ਕਰਦਾ ਤੁਹਾਨੂੰ ਇਹ ਸਾਰਾ ਕੁਝ ਬੜੀ ਚੰਗੀ ਤਰ੍ਹਾਂ ਸਮਝ ਆ ਰਿਹਾ ਹੋਵੇਗਾ। ਅਗਰ ਤੁਹਾਨੂੰ ਕੋਈ ਡਾਊਟ ਹੋਏ, ਤੁਸੀਂ ਆਪਣਾ ਡਾਊਟ ਮੈਨੂੰ ਕਮੈਂਟ ਸੈਕਸ਼ਨ ਵਿੱਚ ਦੱਸ ਸਕਦੇ ਹੋ। ਚਲੋ ਜੀ, ਆਪਾਂ ਅੱਗੇ ਆਉਂਦੇ ਹਾਂ। ਆਪਣੇ ਕੋਲ ਆ ਗਿਆ ਜੀ 46th ਕੁਐਸਚਨ। ਇਹ ਹੈ ਜੀ, ਦ ਰਿਮੂਵਲ ਆਫ ਆਕਸੀਜਨ ਫਰੋਮ ਅ ਸਬਸਟਾਂਸ। ਦੇਖੋ ਜੀ, 2 ਗੱਲਾਂ ਹੁੰਦੀਆਂ ਆਪਣੇ ਕੋਲ, ਇੱਕ ਹੁੰਦਾ ਜੀ ਐਡੀਸ਼ਨ ਆਫ ਆਕਸੀਜਨ, ਇੱਕ ਹੁੰਦਾ ਰਿਮੂਵਲ ਆਫ ਆਕਸੀਜਨ। ਜਦੋਂ ਆਕਸੀਜਨ ਆਪਾਂ ਦੇ ਦਿੰਦੇ ਹਾਂ ਕਿਸੇ ਚੀਜ਼ ਦੇ ਵਿੱਚ, ਐਡ ਹੋ ਜਾਂਦੀ, ਉਹਨੂੰ ਬੋਲਦੇ ਨੇ ਆਕਸੀਡੇਸ਼ਨ। ਜਦੋਂ ਉੱਥੋਂ ਨਿਕਲ ਜਾਂਦੀ, ਉਹਨੂੰ ਬੋਲਦੇ ਨੇ ਜੀ ਰਿਡਕਸ਼ਨ। ਇਹਨੂੰ ਤੁਸੀਂ ਕੋਸ਼ਿਸ਼ ਕਰਨੀ ਯਾਦ ਕਰੋ, ਬੜਾ ਇੰਪੋਰਟੈਂਟ ਹੈ, ਵਾਰ-ਵਾਰ ਪੁੱਛਿਆ ਜਾਂਦਾ। ਨੈਕਸਟ ਕੁਐਸਚਨ ਆ ਗਿਆ ਜੀ, ਇਨ ਕੰਟੈਕਸਟ ਆਫ ਰੈਡੋਕਸ ਰਿਐਕਸ਼ਨ। ਰੈਡੋਕਸ ਰਿਐਕਸ਼ਨ ਜੀ, ਰਿਡਕਸ਼ਨ ਅਤੇ ਆਕਸੀਡੇਸ਼ਨ ਵਾਲੀਆਂ ਰਿਐਕਸ਼ਨ। ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ। ਅਗਰ ਕਿਸੇ ਨੂੰ ਕੋਈ ਪੰਜਾਬੀ ਇੰਗਲਿਸ਼ ਦਾ ਵਰਡ ਨਾ ਸਮਝ ਆਏ, ਕੋਈ ਦਿੱਕਤ ਆ ਰਹੀ ਹੈ, ਤਾਂ ਪਲੀਜ਼ ਕਮੈਂਟ ਸੈਕਸ਼ਨ 'ਚ ਮੈਂਸ਼ਨ ਕਰ ਦਿਓ। ਮੈਂ ਕੋਸ਼ਿਸ਼ ਕਰਾਂਗਾ ਉਹਦਾ ਕਮੈਂਟ ਪਿਨ ਕਰਕੇ ਉੱਥੇ ਆਨਸਰ ਕਰ ਦਾਂਗਾ। ਦੇਖੋ ਕੁਐਸਚਨ ਦੇਖਦੇ ਹਾਂ ਹੁਣ। ਦ ਰਿਮੂਵਲ ਆਫ ਹਾਈਡਰੋਜਨ ਫਰੋਮ ਅ ਸਬਸਟਾਂਸ ਇਜ਼ ਨੋਨ ਐਸ। ਜਦੋਂ ਕਿਸੇ ਸਬਸਟਾਂਸ ਵਿੱਚੋਂ ਆਪਣੇ ਕੋਲੋਂ ਹਾਈਡਰੋਜਨ ਨਿਕਲ ਗਈ, ਦੇਖੋ 2 ਗੱਲਾਂ ਨੇ, ਜੇ ਆਕਸੀਜਨ ਐਡ ਹੋ ਗਈ ਆਕਸੀਡੇਸ਼ਨ, ਅਤੇ ਜੇ ਹਾਈਡਰੋਜਨ ਐਡ ਹੋ ਗਈ, ਉੱਥੇ ਹੁੰਦਾ ਜੀ ਰਿਡਕਸ਼ਨ। ਅਤੇ ਇੱਥੇ ਆਪਣੇ ਕੋਲ ਕੀ ਹੈ ਜੀ? ਹਾਈਡਰੋਜਨ ਰਿਮੂਵ ਹੋ ਰਹੀ ਹੈ, ਅਤੇ ਜਿਹੜੀ ਪ੍ਰੋਸੈਸ ਹੈ ਉਹਨੂੰ ਉਲਟਾ ਆਪਾਂ ਬੋਲਾਂਗੇ ਆਕਸੀਡੇਸ਼ਨ। ਜਦੋਂ ਹਾਈਡਰੋਜਨ ਐਡ ਹੋਏਗੀ ਰਿਡਕਸ਼ਨ, ਜਦੋਂ ਹਾਈਡਰੋਜਨ ਕਿਸੇ ਚੀਜ਼ 'ਚੋਂ ਨਿਕਲ ਜਾਏਗੀ, ਉਹਨੂੰ ਬੋਲਿਆ ਜਾਂਦਾ ਜੀ ਆਕਸੀਡੇਸ਼ਨ। ਅੱਗੇ ਚੱਲਦੇ ਹਾਂ ਜੀ ਆਪਾਂ ਆਪਣੀ ਅਗਲੇ ਕੁਐਸਚਨ ਵੱਲ। ਅਗਲਾ ਕੁਐਸਚਨ ਹੈ ਜੀ 48th ਕੁਐਸਚਨ। ਲਿਖਿਆ ਜੀ, ਦ ਕੈਮੀਕਲ ਰਿਐਕਸ਼ਨ ਇਨਵੋਲਵਡ ਇਨ ਦ ਕਰੋਜਨ ਆਫ ਆਇਰਨ ਮੈਟਲ। ਦੇਖੋ ਜੀ, ਜਿਹੜਾ ਆਪਣੇ ਕੋਲ ਆਇਰਨ ਮੈਟਲ ਹੈ, ਕਰੋਜਨ ਹੁੰਦਾ ਜੀ ਜੰਗਾਲ ਲੱਗਣਾ। ਸਾਰਿਆਂ ਨੇ ਜੰਗਾਲ ਦੇਖਿਆ ਹੋਏਗਾ, ਆਪਣੇ ਬੂਹੇ ਬਾਰੀਆਂ ਹੁੰਦੀਆਂ ਜੀ, ਲੋਹੇ ਦੀ ਕੋਈ ਚੀਜ਼ ਹੋਏਗੀ, ਆਪਾਂ ਦੇਖੀਦਾ ਬਾਰਿਸ਼ ਵਾਲੇ ਮੌਸਮ ਦੇ ਵਿੱਚ ਅਕਸਰ ਉਹਨਾਂ ਨੂੰ ਜੰਗਾਲ ਲੱਗ ਜਾਂਦਾ, ਲਾਲ ਜਾਂ ਭੂਰੇ ਰੰਗ ਦਾ, ਉਹਦੇ ਉੱਤੇ ਇੱਕ ਪਾਊਡਰੀ ਫੋਮ ਬਣ ਜਾਂਦੀ ਹੈ। ਦੇਖੋ ਜੀ, ਇਹਦੇ 'ਚ ਕੀ ਹੁੰਦਾ, ਇਹ ਜਿਹੜੀ ਰਿਐਕਸ਼ਨ ਹੈ ਇੱਕ ਆਕਸੀਡੇਸ਼ਨ ਰਿਐਕਸ਼ਨ ਹੁੰਦੀ ਹੈ, ਨਾਲ ਇਹਦੇ ਹੁੰਦਾ ਜੀ ਕੰਬੀਨੇਸ਼ਨ। ਇਸ ਨੂੰ ਤੁਸੀਂ ਯਾਦ ਰੱਖਣਾ। ਜੇ ਇਸ ਦੀ ਤੁਸੀਂ ਥਿਊਰੀ ਵੇਖਣਾ ਚਾਹੁੰਦੇ ਹੋ, ਤਾਂ 10th ਕਲਾਸ ਦੀ NCERT ਬੁੱਕ ਲਓ, ਉਹਦੇ ਵਿੱਚ ਸਾਰੀਆਂ ਰਿਐਕਸ਼ਨਸ ਮੈਂਸ਼ਨ ਕੀਤੀਆਂ ਹੋਈਆਂ। ਚਲੋ ਜੀ, ਆਪਾਂ ਅੱਗੇ ਵਧਦੇ ਹਾਂ ਆਪਣੇ ਅਗਲੇ ਕੁਐਸਚਨ ਵੱਲ। ਅਗਲਾ ਕੁਐਸਚਨ ਆ ਗਿਆ ਜੀ 49th ਕੁਐਸਚਨ। ਇਹਦੇ ਵਿੱਚ ਇਹਦੀ ਟਰਮ ਯੂਜ਼ਡ ਟੂ ਇੰਡੀਕੇਟ ਦ ਡਿਵੈਲਪਮੈਂਟ ਆਫ ਅਨਪਲੀਜ਼ੈਂਟ ਸਮੈਲ ਐਂਡ ਟੇਸਟ ਇਨ ਫੈਟ ਐਂਡ ਆਇਲ ਕੰਟੇਨਿੰਗ ਫੂਡ ਡਿਊ ਟੂ ਏਰੀਅਲ ਆਕਸੀਡੇਸ਼ਨ। ਦੇਖੋ ਇਹ ਕੁਐਸਚਨ ਨੂੰ ਸਮਝੋ, ਬੜਾ ਈਜ਼ੀ ਕੁਐਸਚਨ ਹੈ, ਅਕਸਰ ਆਪਣੇ ਘਰਾਂ ਦੇ ਵਿੱਚ ਇਹ ਚੀਜ਼ ਦੇਖੀ ਜਾਂਦੀ ਹੈ। ਕਹਿੰਦੇ ਜੀ ਅਨਪਲੀਜ਼ੈਂਟ ਸਮੈਲ ਅਤੇ ਟੇਸਟ, ਬੁਰੀ ਸਮੈਲ ਅਤੇ ਟੇਸਟ ਆਉਂਦਾ ਕਦੋਂ ਜੀ? ਫੈਟ ਅਤੇ ਆਇਲ ਵਾਲੀਆਂ ਚੀਜ਼ਾਂ ਵਿੱਚੋਂ, ਜਦੋਂ ਹਵਾ ਦੇ ਵਿੱਚ ਰਹਿ ਜਾਂਦੀਆਂ, ਏਰੀਅਲ ਆਕਸੀਡੇਸ਼ਨ ਹੁੰਦੀ ਹੈ। ਇਹਨੂੰ ਬੋਲਦੇ ਨੇ ਜੀ ਰੈਂਸੀਡਿਟੀ। ਅਕਸਰ ਆਪਾਂ ਦੇਖਦੇ ਹਾਂ ਜੀ, ਆਪਾਂ ਕੋਈ ਭੁਜੀਏ ਦਾ ਪੈਕਟ ਖੋਲ੍ਹਿਆ, ਕੀ ਹੁੰਦਾ, ਅਗਰ ਆਪਾਂ ਉਹਨੂੰ ਖੁੱਲ੍ਹਾ ਛੱਡ ਦਈਏ, ਉਹ ਵਿਲ ਜਾਂਦਾ। ਆਪਾਂ ਹਿੰਦੀ 'ਚ ਜਾਂ ਸੀਲ ਜਾਂਦਾ ਜਾਂ ਵਿਲ ਜਾਂਦਾ, ਆਪਾਂ ਪੰਜਾਬੀ 'ਚ ਕਹਿੰਦੇ ਹਾਂ। ਇਸ ਟਰਮ ਨੂੰ ਇੰਗਲਿਸ਼ 'ਚ ਬੋਲਿਆ ਜਾਂਦਾ ਜੀ ਰੈਂਸੀਡਿਟੀ। ਇਸੇ ਨਾਲ ਹੀ ਮਿਲਦਾ ਜੁਲਦਾ ਆਪਣਾ ਅਗਲਾ ਕੁਐਸਚਨ ਹੈ। ਕਹਿੰਦੇ ਜੀ, ਜਿਹੜੀ ਇਹ ਰੈਂਸੀਡਿਟੀ ਹੁੰਦੀ ਹੈ, ਇਨ ਆਰਡਰ ਟੂ ਪ੍ਰੀਵੈਂਟ ਸਪੋਇਲੇਜ ਆਫ ਪੋਟੈਟੋ ਚਿਪਸ। ਦੇਖੋ ਜੀ, ਪੋਟੈਟੋ ਚਿਪਸ ਨੇ, ਜੇ ਉਹਨਾਂ ਨੂੰ ਆਪਾਂ ਬਚਾਉਣਾ ਹੈ, ਦੇ ਆਰ ਪੈਕਡ ਇਨ ਪਲਾਸਟਿਕ ਬੈਗਸ ਇਨ ਐਨ ਐਟਮੋਸਫੇਅਰ ਆਫ। ਉਹਨਾਂ ਨੂੰ ਕਿਹੜੀ ਗੈਸ ਵਿੱਚ ਪੈਕ ਕੀਤਾ ਜਾਂਦਾ? ਇਹਦਾ ਆਨਸਰ ਹੈ ਜੀ ਨਾਈਟ੍ਰੋਜਨ। ਇਹਦਾ ਆਨਸਰ ਹੁਣ ਨਾਈਟ੍ਰੋਜਨ ਕਿਉਂ ਹੈ ਜੀ? ਨਾਈਟ੍ਰੋਜਨ ਹੈ ਜਿਹੜੀ, ਉਹ ਇੱਕ ਇਨਰਟ ਗੈਸ ਹੈ, ਉਹ ਕਿਸੇ ਨਾਲ ਰਿਐਕਟ ਨਹੀਂ ਕਰਦੀ ਜਲਦੀ, ਠੀਕ ਹੈ ਜੀ। ਉਹਨੂੰ ਰਿਐਕਟ ਕਰਨ ਲਈ ਬਹੁਤ ਜ਼ਿਆਦਾ ਐਨਰਜੀ ਦੀ ਲੋੜ ਚਾਹੀਦੀ ਹੁੰਦੀ ਹੈ, ਉਹ ਐਵੇਂ ਕਿਸੇ ਨਾਲ ਰਿਐਕਟ ਨਹੀਂ ਕਰਦੀ। ਸੋ 50th ਦਾ ਕੁਐਸਚਨ ਆਪਣਾ 50th ਕੁਐਸਚਨ ਦਾ ਆਨਸਰ ਆਪਣਾ ਕੀ ਹੈ ਜੀ? ਨਾਈਟ੍ਰੋਜਨ। ਅੱਗੇ ਚੱਲਦੇ ਹਾਂ ਜੀ। ਅੱਗੇ ਆਪਣੇ ਕੋਲ ਆ ਗਿਆ ਜੀ ਕੁਐਸਚਨ ਨੰਬਰ 51। ਅ ਵਾਈਟ ਪ੍ਰੈਸੀਪੀਟੇਟ ਕੈਨ ਬੀ ਓਬਟੇਨਡ ਬਾਏ ਐਡਿੰਗ ਡਿਲਿਊਟ ਸਲਫਿਊਰਿਕ ਐਸਿਡ ਟੂ। ਦੇਖੋ ਜੀ, ਡਿਲਿਊਟ ਸਲਫਿਊਰਿਕ ਐਸਿਡ ਦੇ ਵਿੱਚ ਕੀ ਐਡ ਕਰਾਂਗੇ? ਦੇਖੋ ਇਹਨੂੰ ਹੁਣ ਸਿੱਧਾ ਸਿੱਧਾ ਯਾਦ ਰੱਖ ਲਓ। ਇਹਦਾ ਆਨਸਰ ਹੈਗਾ ਜੀ ਆਪਣੇ ਕੋਲ ਬੇਰੀਅਮ ਕਲੋਰਾਈਡ। ਬੇਰੀਅਮ ਕਲੋਰਾਈਡ ਦੇ ਵਿੱਚ ਆਪਾਂ ਡਿਲਿਊਟ ਸਲਫਿਊਰਿਕ ਐਸਿਡ ਪਾਵਾਂਗੇ, ਅਤੇ ਆਪਣੇ ਕੋਲ ਬੇਰੀਅਮ ਸਲਫੇਟ ਦੇ ਪ੍ਰੈਸੀਪੀਟੇਟ ਆਪਣੇ ਕੋਲ ਆ ਜਾਣਗੇ, ਠੀਕ ਹੈ ਜੀ। ਇਹ ਜਦੋਂ ਤੁਸੀਂ ਇਹਦੀ ਥਿਊਰੀ ਥੋੜ੍ਹੀ ਜਿਹੀ ਦੇਖੋਗੇ, ਆਪਣੇ ਕੋਲ 4 ਟਾਈਪ ਦੀਆਂ ਰਿਐਕਸ਼ਨ ਹੁੰਦੀਆਂ। ਆਪਣੇ ਕੋਲ 4 ਟਾਈਪ ਦੀਆਂ ਕਿਹੜੀਆਂ ਰਿਐਕਸ਼ਨ ਹੁੰਦੀਆਂ? ਕੰਬੀਨੇਸ਼ਨ, ਦੂਜੀ ਹੁੰਦੀ ਹੈ ਜੀ ਡੀਕੰਪੋਜੀਸ਼ਨ, ਤੀਜੀ ਹੁੰਦੀ ਆਪਣੇ ਕੋਲ ਡਿਸਪਲੇਸਮੈਂਟ ਅਤੇ ਡਬਲ ਡਿਸਪਲੇਸਮੈਂਟ। ਇਹ 4 ਤਰ੍ਹਾਂ ਦੀਆਂ ਰਿਐਕਸ਼ਨ ਹਨ, ਅਤੇ ਉਹਨਾਂ ਵਿੱਚੋਂ ਕੁਐਸਚਨ ਪੁੱਛੇ ਗਏ ਹਨ। ਪਰਟੀਕੂਲਰ ਰਿਐਕਸ਼ਨ ਦਿੱਤੀਆਂ ਹੋਈਆਂ, ਅਤੇ ਉਹ ਰਿਐਕਸ਼ਨ ਜਸਟ ਇਹਨਾਂ ਨੇ ਥਿਊਰੀ ਦੀ ਫਾਰਮ 'ਚ ਪੁੱਛ ਲਈਆਂ ਨੇ। ਅੱਗੇ ਚੱਲਦੇ ਹਾਂ ਜੀ। ਅੱਗੇ ਆ ਗਿਆ ਆਪਣਾ 52ਵਾਂ ਕੁਐਸਚਨ। ਅ ਵਾਈਟ ਪ੍ਰੈਸੀਪੀਟੇਟ ਕੈਨ ਬੀ ਫਾਰਮਡ ਇਫ ਵੀ ਐਡ ਕਾਮਨ ਸਾਲਟ ਸੋਲਿਊਸ਼ਨ ਟੂ। ਦੇਖੋ ਜੀ, ਅਗਰ ਆਪਾਂ ਆਪਣੇ ਕੋਲ ਜੀ ਸਿਲਵਰ ਨਾਈਟ੍ਰੇਟ ਵਿੱਚ ਆਪਾਂ ਐਡ ਕਰਾਂਗੇ ਜੀ ਕਾਮਨ ਸਾਲਟ। ਕਾਮਨ ਸਾਲਟ ਹੁੰਦਾ ਜੀ NaCl।
NaCl ਜਦੋਂ AgNO3 ਵਿੱਚ ਐਡ ਕਰਾਂਗੇ ਬਣ ਜਾਏਗਾ ਜੀ ਆਪਣੇ ਕੋਲ AgCl। ਕੀ ਬਣੇਗਾ ਜੀ? AgCl। AgCl ਕੀ ਹੁੰਦਾ ਜੀ ਆਪਣੇ ਕੋਲ? ਸਿਲਵਰ ਕਲੋਰਾਈਡ। ਸਿਲਵਰ ਕਲੋਰਾਈਡ ਹੁੰਦਾ ਜੀ ਜਿਹੜਾ, ਇਹ ਆਪਣੇ ਕੋਲ ਹੁੰਦਾ ਵਾਈਟ ਕਲਰ ਦਾ। ਇਹਨੂੰ ਯਾਦ ਰੱਖਣਾ, ਯਾਦ ਕਰਨਾ ਜੀ। ਇੱਕ ਹੋਰ ਮੈਂ ਤੁਹਾਨੂੰ ਇੱਥੇ ਇੰਪੋਰਟੈਂਟ ਗੱਲ ਦੱਸਦਾ, NCERT 'ਚ ਸਪੈਸ਼ਲ ਮੈਂਸ਼ਨ ਕੀਤੀ ਹੋਈ ਹੈ। ਦੇਖੋ ਜਿਹੜਾ ਸਿਲਵਰ ਕਲੋਰਾਈਡ ਹੈ, ਸਿਲਵਰ ਬ੍ਰੋਮਾਈਡ ਹੈ, ਇਹ ਨਾ ਜੀ ਧੁੱਪ ਦੀ ਕਿਰਨ ਦੇ ਨਾਲ ਟੁੱਟ ਜਾਂਦੇ ਨੇ। ਇਹ ਕਿਵੇਂ ਟੁੱਟਦੇ ਨੇ ਮੈਂ ਤੁਹਾਨੂੰ ਇੱਥੇ ਲਿਖ ਕੇ ਦਿਖਾ ਦਿੰਦਾ। ਇਹ ਕੀ ਹੁੰਦਾ ਜੀ ਆਪਣੇ ਕੋਲ ਜਿਹੜਾ AgCl ਹੈ, ਜਦੋਂ ਇਹਦੇ 'ਤੇ ਸਨਲਾਈਟ ਪਏਗੀ ਇਹ ਕੀ ਹੋਏਗਾ ਜੀ, ਸਿਲਵਰ ਅਲੱਗ ਹੋ ਜਾਏਗਾ ਅਤੇ ਕਲੋਰੀਨ ਗੈਸ ਉੱਡ ਜਾਏਗੀ। ਇਹ ਦਿਖ ਨਹੀਂ ਰਿਹਾ ਹੋਣਾ, ਮੈਂ ਥੋੜ੍ਹਾ ਜਿਹਾ ਇੱਧਰ ਲਿਖ ਦੇਣਾ। ਇੱਥੇ ਕੀ ਹੋਏਗਾ ਆਪਣੇ ਕੋਲ Ag ਅਲੱਗ ਹੋ ਜਾਏਗਾ, ਪਲੱਸ ਆਪਣੇ ਕੋਲ ਜਿਹੜੀ ਕਲੋਰੀਨ ਗੈਸ ਹੈ, ਸੌਰੀ ਮਾफ़ ਕਰਨਾ ਥੋੜ੍ਹਾ ਜਿਹਾ ਟੈਕਨੀਕਲ ਪ੍ਰੋਬਲਮ ਆ ਗਈ, ਮੈਂ ਦੁਬਾਰਾ ਲਿਖ ਰਿਹਾ। ਆਪਣੇ ਕੋਲ ਸਿਲਵਰ ਹੈ ਪਲੱਸ ਕਲੋਰੀਨ ਗੈਸ ਹੈ ਜਿਹੜੀ ਉੱਡ ਜਾਏਗੀ। ਇਹਨੂੰ ਕਹਿੰਦੇ ਨੇ ਜੀ ਡੀਕੰਪੋਜੀਸ਼ਨ। ਇਹਨੂੰ ਡੀਕੰਪੋਜੀਸ਼ਨ ਇਹ ਕਿਹੜੇ ਟਾਈਪ ਦੀ ਹੈ ਜੀ? ਇਹ ਹੈ ਜੀ ਫੋਟੋਲਿਟਿਕ। ਫੋਟੋ ਮਤਲਬ ਲਾਈਟ ਦੀ ਹੈਲਪ ਦੇ ਨਾਲ ਜਦੋਂ ਕੋਈ ਚੀਜ਼ ਟੁੱਟ ਜਾਂਦੀ ਹੈ ਉਹਨੂੰ ਕਹਿੰਦੇ ਨੇ ਜੀ ਫੋਟੋਲਿਟਿਕ ਡੀਕੰਪੋਜੀਸ਼ਨ। ਯਾਦ ਰੱਖਣਾ। ਇੱਕ ਕੁਐਸਚਨ ਹੋਰ ਵੀ ਆਉਂਦਾ ਹੁੰਦਾ ਜੀ ਕਿ ਵਾਈਟ ਐਂਡ ਬਲੈਕ ਫੋਟੋਗ੍ਰਾਫੀ ਵਿੱਚ ਕਿਹੜੀ ਰਿਐਕਸ਼ਨ ਯੂਜ਼ ਹੁੰਦੀ ਹੈ? ਉੱਥੇ ਯਾਦ ਰੱਖਣਾ ਜੀ ਵਾਈਟ ਐਂਡ ਬਲੈਕ ਫੋਟੋਗ੍ਰਾਫੀ ਦੇ ਵਿੱਚ ਆਪਣੇ ਕੋਲ AgBr ਨੂੰ ਯੂਜ਼ ਕੀਤਾ ਜਾਂਦਾ, ਸਿਲਵਰ ਬ੍ਰੋਮਾਈਡ। ਸਿਲਵਰ ਬ੍ਰੋਮਾਈਡ ਧੁੱਪ ਦੀ ਹੈਲਪ ਨਾਲ, ਲਾਈਟ ਦੀ ਹੈਲਪ ਨਾਲ ਸਿਲਵਰ ਅਤੇ ਬ੍ਰੋਮੀਨ ਗੈਸ ਵਿੱਚ ਟੁੱਟ ਜਾਂਦਾ ਅਤੇ ਇਸੇ ਰਿਐਕਸ਼ਨ ਨੂੰ ਯੂਜ਼ ਕੀਤਾ ਜਾਂਦਾ। ਬੜਾ ਹੀ ਇੰਪੋਰਟੈਂਟ ਕੁਐਸਚਨ ਹੈ, ਇਹਨੂੰ ਧਿਆਨ ਨਾਲ ਨੋਟ ਕਰ ਲੈਣਾ ਹੈ ਜੀ। ਅੱਗੇ ਆਪਾਂ ਚੱਲਦੇ ਹਾਂ ਆਪਣੇ ਨੈਕਸਟ ਕੁਐਸਚਨ ਵੱਲ। ਆਪਣਾ ਨੈਕਸਟ ਕੁਐਸਚਨ ਹੈ ਜੀ, ਕੰਸੀਡਰ ਦ ਫੋਲੋਇੰਗ ਰਿਐਕਸ਼ਨਸ ਆਫ ਦ ਕੈਮੀਕਲ ਰਿਐਕਸ਼ਨ ਆਫ ਅ ਮੈਟਲ M। ਕਹਿੰਦੇ ਜੀ ਦੇਖੋ ਇੱਕ ਆਪਣੇ ਕੋਲ M ਮੈਟਲ ਹੈ, ਉਹਦੇ ਨਾਲ ਆਕਸੀਜਨ ਐਡ ਹੋਈ ਅਤੇ ਉਹ ਬਣ ਗਿਆ ਜੀ M2O3। ਹੁਣ ਇੱਥੇ ਕੀ ਹੋ ਰਿਹਾ ਜੀ, ਆਪਾਂ ਸਾਫ਼-ਸਾਫ਼ ਦੇਖ ਸਕਦੇ ਹਾਂ ਇੱਥੇ ਕੰਬੀਨੇਸ਼ਨ ਹੋਇਆ, ਨਾਲ ਇੱਥੇ ਆਕਸੀਡੇਸ਼ਨ ਹੋਈ। ਇਸ ਕੁਐਸਚਨ ਦਾ ਆਪਣਾ ਆਨਸਰ ਬਣ ਗਿਆ ਜੀ ਆਪਸ਼ਨ D। ਅੱਗੇ ਚੱਲਦੇ ਹਾਂ ਜੀ, ਦ ਪ੍ਰੋਸੈਸ ਆਫ ਰੈਸਪੀਰੇਸ਼ਨ। ਕਹਿੰਦੇ ਜੀ ਸਾਹ ਕਿਰਿਆ ਕੀ ਹੈ? ਦੇਖੋ ਜੀ ਸਾਹ ਕਿਰਿਆ ਵਿੱਚ ਕੀ ਹੁੰਦਾ, ਆਪਾਂ ਆਕਸੀਜਨ ਦੀ ਮਦਦ ਨਾਲ ਗਲੂਕੋਜ਼ ਨੂੰ ਤੋੜਦੇ ਹਾਂ, ਆਪਣੀ D ਆਪਸ਼ਨ ਦੇਖੋ ਜੀ, ਅਤੇ ਇਸ ਦੇ ਵਿੱਚੋਂ ਐਨਰਜੀ ਬਾਹਰ ਆਉਂਦੀ ਹੈ। ਆਪਣੀ ਸਹੀ ਇੱਥੇ ਆਪਸ਼ਨ ਬਣੇਗੀ ਜੀ D। ਕਿ ਆਪਾਂ ਕੀ ਕਰਦੇ ਹਾਂ, ਆਕਸੀਡੇਸ਼ਨ ਵਿਚ ਇਜ਼ ਐਗਜ਼ੋਥਰਮਿਕ। ਆਕਸੀਡੇਸ਼ਨ ਹੁੰਦੀ ਹੈ ਪਲੱਸ ਇਹਦੇ ਵਿੱਚ ਹੀਟ ਹੈ ਜਿਹੜੀ ਬਾਹਰ ਨਿਕਲਦੀ ਹੈ। ਅੱਗੇ ਚੱਲਦੇ ਹਾਂ ਜੀ। ਦੇਖੋ ਨੈਕਸਟ ਆਪਣੇ ਕੋਲ ਆ ਗਿਆ ਜੀ, ਵਿਚ ਆਫ ਦ ਫੋਲੋਇੰਗ ਕੈਨ ਬੀ ਡੀਕੰਪੋਜ਼ਡ ਬਾਈ ਦ ਐਕਸ਼ਨ ਆਫ ਲਾਈਟ। ਫਿਰ ਉਹੀ ਕੁਐਸਚਨ ਆ ਗਿਆ, ਹੁਣ ਆਪਾਂ ਪਹਿਲਾਂ ਹੀ ਗੱਲ ਕਰ ਗਏ ਆਏ ਹਾਂ। ਸਿੰਪਲੀ ਆਨਸਰ ਕੀ ਆ ਜਾਏਗਾ ਜੀ, AgCl, ਸਿਲਵਰ ਕਲੋਰਾਈਡ। ਦੇਖੋ ਜੀ ਇਹ ਜਿੰਨੇ ਵੀ ਆਪਾਂ ਕੁਐਸਚਨ ਕੀਤੇ ਇਹ ਸਾਰੇ ਇਸ ਚਾਂਸ ਦੇ ਕੁਐਸਚਨ ਸੀ। ਇਹਨਾਂ ਨੂੰ ਅਗਰ ਤੁਸੀਂ ਸਾਇੰਸ ਵਾਲੇ ਹੋ, ਮੈਂ ਦੁਬਾਰਾ ਵਾਰ-ਵਾਰ ਬੇਨਤੀ ਕਰ ਰਿਹਾ, ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਹੈ। ਅਗਰ ਤੁਹਾਨੂੰ ਨਹੀਂ ਸਮਝ ਆ ਰਹੇ, ਕੋਈ ਦਿੱਕਤ ਆ ਰਹੀ ਹੈ, ਤੁਸੀਂ ਇਹਨਾਂ ਨੂੰ ਜਸਟ ਕ੍ਰੈਮ ਵੀ ਕਰ ਸਕਦੇ ਹੋ, ਜਸਟ ਰੱਟਾ ਮਾਰ ਲਓ, ਕਿਉਂਕਿ ਹੁਣ ਤੁਹਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ। ਤੁਸੀਂ ਸਾਰੀ ਕੈਮਿਸਟਰੀ ਨੂੰ ਸਮਝੋ। ਕੈਮਿਸਟਰੀ ਬਹੁਤ ਹੀ ਇੱਕ ਡਿਟੇਲਡ ਸਬਜੈਕਟ ਹੈ, ਆਪਾਂ ਨੂੰ ਬੜੀਆਂ ਚੀਜ਼ਾਂ ਨੂੰ ਸਮਝਣਾ ਪੈਂਦਾ। ਸੋ ਮੈਂ ਤੁਹਾਨੂੰ ਇਹੀ ਰਿਕੁਐਸਟ ਕਰਾਂਗਾ ਕਿ ਇਹ ਕੁਐਸਚਨਸ ਨੂੰ ਚੰਗੀ ਤਰ੍ਹਾਂ ਕਰੋ। ਅਤੇ ਹੁਣ ਆਪਾਂ ਇਸ ਤੋਂ ਬਾਅਦ ਜਿਹੜਾ ਆਪਣਾ ਅਗਲਾ ਚੈਪਟਰ ਹੈ ਜੀ 10th ਕਲਾਸ ਦਾ ਐਸਿਡ ਅਤੇ ਬੇਸ, ਉਸ ਦੀ ਜਲਦੀ ਤੁਹਾਡੇ ਕੋਲ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ। ਅਤੇ ਜੇ ਤੁਹਾਨੂੰ ਅਗਰ ਇਹ ਵੀਡੀਓ ਚੰਗੀ ਲੱਗੀ ਹੋਵੇ, ਇਸ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ, ਸੋ ਦੈਟ ਸਾਨੂੰ ਵੀ ਇਹਦੇ ਨਾਲ ਥੋੜ੍ਹਾ ਜਿਹਾ ਪ੍ਰੋਤਸਾਹਨ ਮਿਲਦਾ ਅਤੇ ਅਸੀਂ ਵੀ ਚੰਗੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਤੁਹਾਡੇ ਲਈ ਲੈ ਕੇ ਆਈਏ। ਧੰਨਵਾਦ ਜੀ।